ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਉਚਾਓ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ। ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕੋ ਸਮਰੱਥ। ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪੂਣ। ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ। ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਗੁਰੂ ਰੂਪ ਸਾਧ ਸੰਗਤ ਜੀ, ਲਵਾਓ ਜੀ ਹਾਜ਼ਰੀਆਂ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਲਕ ਨੇ ਅਪਾਰ ਰਹਿਮਤ ਕਿਰਪਾ ਕੀਤੀ, ਸੇਵਾ ਦਾ ਸਪਾਕ ਸਮਾਂ ਬਖਸ਼ੇ। ਜਿੰਨੀਆਂ ਵੀ ਸੰਗਤਾਂ ਆਪ ਜੀ ਸਤਿਗੁਰਾਂ ਦੇ ਚਰਨਾਂ 'ਚ ਸ਼ਰਧਾ ਭਾਵਨਾ ਦੇ ਨਾਲ ਨਿਤਨੇਮ ਅਨੁਸਾਰ ਪਹੁੰਚ ਰਹੇ ਹੋ, ਹਾਜ਼ਰੀਆਂ ਭਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦੇ ਅਮੋਲਕ ਸਮੇਂ ਨਿਤਨੇਮ ਦੀਆਂ ਅਮੋਲਕ ਦਾਤਾਂ ਗੁਰੂ ਸ਼ਬਦ ਦੀ ਵਿਚਾਰ ਬਖਸ਼ੀ ਹੈ। ਸੋ ਆਓ ਪ੍ਰੇਮੀਓ, ਜਿੰਨਾ ਕੁ ਸਮਾਂ ਮਹਾਰਾਜ ਬਖਸ਼ਦੇ ਨੇ ਆਪੋ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਮਨੋਂ ਵਿਚਾਰੀਏ, ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਲੜੀਵਾਰ ਕਥਾ ਕੱਲ੍ਹ ਜੋ ਵਿਚਾਰਿਆ ਸੀ ਕਿ ਹਰ ਇੱਕ ਬੰਦਾ ਮੁਸਾਫਰ ਬਣ ਕੇ ਆਇਆ, ਰਾਹੀ ਬਣ ਕੇ ਆਇਆ। ਇੱਥੋਂ ਆਪੋ ਆਪਣੀ ਬਾਟ ਮੁਕਾ ਕੇ
ਇੱਕ ਦਿਨ ਚੱਲ ਜਾਣਾ ਹੈ। ਆ ਸਭ ਕੁਛ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਰਹੇ ਹਾਂ। ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਆ ਦੁਨੀਆ ਦੇ ਰਸ ਜਿਹੜੇ ਨੇ ਅਵਸਥਾ ਅੱਗੇ ਦੀ ਅੱਗੇ ਬਣਦੀ ਜਾਂਦੀ ਹੈ ਅੰਤ ਦੀ। ਉਹ ਫਿਰ ਰਸ ਕਈ ਇੰਦਰੀਆਂ ਦਾ ਸਾਥ ਜਿਹੜਾ ਛੁੱਟਦਾ ਜਾਂਦਾ। ਵੇਖ ਰਹੇ ਹਾਂ ਆਪਾਂ ਇੱਥੇ ਹਮੇਸ਼ਾ ਨਹੀਂ ਰਹਿਣਾ ਦੁਨੀਆ 'ਚ। ਤੇ ਅੱਗੇ ਮਹਾਰਾਜ ਕਹਿੰਦੇ ਆ ਆਖਣ ਆਖੈ ਕੇਤੜੇ ਗੁਰ ਬਿਨ ਬੂਝ ਨਾ ਹੋਏ। ਕਹਿੰਦੇ ਕਿੰਨੇ ਪੁਰਖ ਆਖਣ ਨੂੰ ਤਾਂ ਗਿਆਨ ਦੀਆਂ ਗੱਲਾਂ ਜ਼ੁਬਾਨੀ ਆਖ ਰਹੇ ਨੇ ਮੇਰੇ ਵਰਗੇ। ਆਖਣ ਆਖੈ ਕੇਤੜੇ, ਬੜੇ ਗਿਆਨ ਦੀਆਂ ਗੱਲਾਂ ਕਰਦੇ ਨੇ ਲੋਕ, ਕਹਿ ਰਹੇ ਨੇ ਭਾਵ ਵਿਖਿਆਨਾਂ ਦੁਆਰਾ, ਪ੍ਰਸੰਗਾਂ ਦੁਆਰਾ, ਵੇਦ ਸ਼ਾਸਤਰਾਂ ਦੁਆਰਾ ਕਥਾ ਕਰਨ ਵਾਲੇ ਵੀ ਕਹੀ ਜਾਂਦੇ ਨੇ, ਪਰ ਗੁਰ ਬਿਨ ਬੂਝ ਨਾ ਹੋਏ। ਬਿਨਾਂ ਗੁਰੂ ਤੋਂ ਕਿਸੇ ਨੂੰ ਗਿਆਨ ਦੀ ਸਮਝ ਨਹੀਂ ਪੈਂਦੀ। ਬਿਨਾਂ ਗੁਰੂ ਤੋਂ ਗਿਆਨ ਦੀ ਸਮਝ ਜਿਹੜੀ ਆ ਜੀ ਨਹੀਂ ਪੈਂਦੀ। ਵੇਖੋ ਟੀਚਰ ਪੜ੍ਹਾਉਂਦਾ ਹੈ ਸਕੂਲ 'ਚ, ਟੀਚਰ ਸਾਹਮਣੇ ਖੜਾ ਪੜ੍ਹਾ ਰਹੇ ਆ ਬੱਚਿਆਂ ਨੂੰ, ਤੇ ਬੱਚੇ ਜਿਹੜੇ ਨੇ ਬਾਹਰ ਫਿਰੀ ਜਾਣ ਗੇੜੇ ਦਿੰਦੇ ਜਾਂ ਕਲਾਸ 'ਚ ਕੁਛ ਕਰੀ ਜਾਣ ਬੈਠੇ, ਧਿਆਨ ਨਾ ਦੇਣ। ਸਮਝ ਆਊ ਜੀ ਉਹਨਾਂ ਦੇ? ਜੇ ਉਹਨਾਂ ਨੂੰ ਪਤੀ ਨਾ ਲੱਗਿਆ ਵੀ ਟੀਚਰ ਨੇ ਪੜ੍ਹਾਇਆ ਕੀ ਆ, ਕੁਛ ਪਤਾ ਲੱਗਣਾ ਉਹਨਾਂ ਨੂੰ? ਪਤਾ ਨਾ ਸਾਨੂੰ ਵੀ ਉਹਨਾਂ ਨੂੰ ਫਿਰ ਪੱਲੇ ਕੁਛ ਨਹੀਂ ਪੈਣਾ, ਦਿਮਾਗ 'ਚ ਕੁਛ ਨਹੀਂ ਪੈਣਾ ਉਹਨਾਂ ਦੇ। ਧਿਆਨ ਹੀ ਨਹੀਂ ਜਦੋਂ ਦਿੱਤਾ ਉਹਨਾਂ ਨੇ। ਕੋਈ ਸਿਆਣਾ ਬੰਦਾ ਧੀ ਪੁੱਤ ਨੂੰ ਗੱਲ ਕਹੇ ਕਿ ਆਹ ਕੰਮ ਕਰਕੇ ਆਈ, ਉਹ ਜਾਂਦਾ ਜਾਂਦਾ ਇੱਦਾਂ ਹੀ ਠੀਕ ਹੈ ਠੀਕ ਹੈ ਕਹਿ ਕੇ ਤੁਰ ਜਾਏ, ਇੱਦਾਂ ਹੀ ਮੁੜਾਵੇ। ਫਿਰ ਆਪਾਂ ਕਹਾਂਗੇ ਕਿ ਤੂੰ ਮੇਰੀ ਗੱਲ ਧਿਆਨ ਨਾਲ ਸੁਣੀ ਨਹੀਂ, ਪੱਲੇ ਨਹੀਂ ਬੰਨੀ ਵੀ ਮੈਂ ਕਿਹਾ ਕੀ ਸੀਗਾ। ਇਸੇ ਤਰ੍ਹਾਂ ਗੁਰਮੁਖੋ ਗੁਰ ਬਿਨ ਬੂਝ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਦੀ ਸਮਝ ਜਿਹੜੀ ਹੈ ਨਹੀਂ ਹੋਣੀ। ਤਾਂ ਹੀ ਆ ਗੁਰੂ ਦੀਆਂ ਗੱਲਾਂ ਜਿਹੜੀਆਂ ਨੇ ਨਾ ਰੱਬ ਦੇ ਰਾਹ ਦੀਆਂ ਵਿਚਾਰੋਂ ਉੱਪਰ ਦੀ ਲੰਘਦੀਆਂ ਨੇ, ਉੱਪਰ ਦੀ ਪਤਾ ਹੀ ਨਹੀਂ ਲੱਗਦਾ ਵੀ ਮਹਾਰਾਜ ਨੇ ਕਿਹਾ ਕੀ ਆ, ਕੀ ਸਮਝਾਉਂਦੇ ਨੇ। ਸਮਝ ਲੈਣੀ ਜ਼ਰੂਰੀ ਆ। ਜਿੰਨਾ ਸਮਾਂ ਪ੍ਰੋਪਰ ਧਿਆਨ ਨਹੀਂ ਨਾ ਜੁੜਦਾ, ਗੁਰੂ ਦੀ ਗੱਲ ਸਮਝ ਨਹੀਂ ਆਉਂਦੀ, ਪਤਾ ਹੀ ਨਹੀਂ ਲੱਗਣਾ ਸਾਨੂੰ। ਕਾਰਨ ਕੀ ਹੈ? ਮਨ ਜਿਹੜਾ ਗਲਤ ਗੱਲਾਂ ਦੀ ਪਕੜ ਕਰਦਾ ਛੇਤੀ, ਕਮੀਆਂ ਕਹਿ ਲਈਏ। ਵੇਖੋ ਬੰਦਾ ਕਰਦਾ ਠੀਕ ਹੈ, ਕਰੂ ਸੋ ਭਰੂ। ਕਹਿ ਦਿੱਤਾ ਆਪਾਂ ਕਿਸੇ ਦੀ ਬੁਰਾਈ ਕਰ ਦਿੱਤੀ, ਤਬਾ ਲਾਤਾ ਹੈ ਜੀ, ਮਾੜਾ ਬੋਲਤਾ, ਨਿੰਦਿਆ ਚੁਗਲੀ ਕਰ ਦਿੱਤੀ, ਹੋ ਗਿਆ ਕੰਮ। ਆਪਾਂ ਨੂੰ ਕੀ ਮਿਲਿਆ? ਕੁਛ ਮਿਲਦਾ ਨਾ, ਮਿਲਦਾ ਹੀ ਨਹੀਂ। ਗਿਆਨ ਜਿਹੜਾ ਜਦੋਂ ਸਮਝ ਆ ਗਈ ਨਾ ਗੁਰੂ ਤੋਂ, ਗੁਰਬਾਣੀ ਤੋਂ, ਪਤਾ ਲੱਗ ਜਾਣਾ। ਕਿਉਂਕਿ ਬਾਣੀ ਜੋ ਕਹਿੰਦੀ ਹੈ ਕਿ ਸਾਂਝ ਕਰੀਜੈ ਗੁਣੈ ਕੇਰੀ ਛੋੜ ਅਵਗਣ ਚੱਲੀਐ। ਗੁਣਾਂ ਦੀ ਸਾਂਝ ਕਰੋ। ਔਗੁਣਾਂ ਦੀ ਸਾਂਝ ਕਰਾਂਗੇ ਨਾ, ਸਾਡੇ ਅੰਦਰ ਵੀ ਉਹ ਔਗਣ ਪੈਦਾ ਹੋਣਗੇ। ਉਹੀ ਬਿਰਤੀ ਜਿੱਦਾਂ ਦਾ ਅਸੀਂ ਵੇਖਾਂਗੇ ਨਾ, ਸੌਖਾ ਜਿਹਾ ਸਮਝ ਆ ਜੇ
ਜਿਹੜਾ ਅਸੀਂ ਵੇਖਾਂਗੇ ਨਾ, ਜੋ ਵੀ ਉੱਦਾਂ ਦੀਆਂ ਲਹਿਰਾਂ ਸਾਡੇ ਅੰਦਰ ਚੱਲ ਪੈਣਗੀਆਂ, ਉੱਦਾਂ ਦੀਆਂ। ਕੋਈ ਫਿਲਮ ਨਾਟਕ ਵੇਖਿਆ, ਆਪਾਂ ਫਿਲਮ ਵੇਖ ਲਈ ਜਾਂ ਨਾਟਕ ਵੇਖਿਆ, ਸਾਡੇ ਦਿਮਾਗ 'ਚ, ਜਿਹਨ ਦੇ ਵਿੱਚ ਉਹੀ ਚੱਲੂ ਵੀ ਆਹ ਵੇਖਿਆ, ਕਹਾਣੀ ਸੀ, ਸੋਚੀ ਜਾਵਾਂਗੇ ਉਹਦੇ ਬਾਰੇ। ਕੋਈ ਸਿੱਖ ਇਤਿਹਾਸ ਦੀ ਗੱਲ ਵੇਖੀ ਜਾਂ ਪੜ੍ਹੀ ਸੁਣੀ, ਦਿਮਾਗ 'ਚ ਸਾਡੇ ਉਹ ਚੱਲੂ। ਭਾਵ ਜਿੱਦਾਂ ਦਾ ਬੰਦਾ ਸੋਚੂ, ਵਿਚਾਰੂ, ਪੜ੍ਹੂ, ਸੁਣੂ, ਵੇਖੂ, ਉਹੀ ਅੰਦਰ ਚੱਲਣਾ। ਕਿਉਂ ਨਾ ਫਿਰ ਚੰਗਾ ਵੇਖੀਏ, ਸੋਚੀਏ, ਵਿਚਾਰੀਏ, ਬੋਲੀਏ। ਸਮਝ ਜਿਹੜੀ ਹੈ ਗੁਰੂ ਤੋਂ ਬਿਨਾਂ ਨਹੀਂ ਪੈਣੀ। ਜਿੱਥੇ ਮਰਜੀ ਫਿਰਦੇ ਰਹੋ, ਜਿੰਨਾ ਮਰਜੀ ਭਟਕੋ, ਗੁਰ ਬਿਨ ਬੂਝ ਨਾ ਹੋਏ। ਉਹ ਕਹਿੰਦੇ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਹੋਰ ਸੁਣ ਲਓ ਕਿ ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸੁਧ ਨਾ ਹੋਈ। ਮੇਰੇ ਵਰਗਾ ਹਰੀ ਹਰੀ ਵੀ ਕਰੀ ਜਾਂਦਾ, ਰੱਬ ਰੱਬ ਵੀ ਕਰੀ ਜਾਂਦਾ। ਨਿਤ ਕਪਟ ਕਮਾਵੇ, ਨਿਤ ਕਪਟ ਵੀ ਮੈਂ ਕਮਾ ਰਿਹਾ। ਹਿਰਦਾ ਸੁਧ ਨਾ ਹੋਈ, ਹਿਰਦਾ ਸ਼ੁੱਧ ਨਹੀਂ ਹੋਣਾ। ਤੇ ਅਨ ਦਿਨ ਕਰਮ ਕਰੇ ਵੋ ਤੇਰੇ, ਸੁਪਨੇ ਸੁਖ ਨਾ ਹੋਈ। ਮੇਰੇ ਦਿਨ ਰਾਤ ਕੀਤੇ ਹੋਇਆ ਕਰਮ ਧਰਮ, ਕਰਮ ਜਿਹੜੇ ਨੇ ਪ੍ਰੇਮੀਓ, ਇਹਨਾਂ ਨਾਲ ਸੁਪਨੇ ਦੇ ਵਿੱਚ ਵੀ ਸੁੱਖ ਨਹੀਂ ਮਿਲਣਾ, ਜਿੰਨਾ ਮਰਜ਼ੀ ਮੈਂ ਕਰਦਾ ਰਵਾਂ। ਭਾਵ ਕਿ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਰਾਖ ਬਰਾਨੀ ਰਾਖ ਤੇ, ਰਾਸ ਬਰਾਨੀ ਰਾਖ ਤੇ, ਖਾਇਆ ਘਰ ਕਾ ਖੇਤ। ਬਾਹਰ ਮੈਂ ਜਾਲ ਲਾਉਂਦਾ ਫਿਰੀ ਗਿਆ, ਘਰ ਵਾਲੀਆਂ ਕੁਕੜੀਆਂ ਦੀ ਗੌਰੇ ਨਹੀਂ ਕੀਤੀ, ਉਹਨਾਂ ਨੂੰ ਕੋਈ ਹੋਰ ਚੁੱਕ ਕੇ ਲੈ ਗਿਆ। ਆਹੀ ਚੀਜ਼ ਹੈ। ਗੁਰ ਬਿਨ ਬੂਝ ਨਾ ਹੋਏ, ਗੁਰੂ ਤੋਂ ਬਿਨਾਂ ਸਮਝ ਨਹੀਂ ਆਉਣੀ। ਤੇ ਮਹਾਰਾਜ ਕਹਿੰਦੇ ਆ, ਨਾਮ ਵਡਾਈ ਜੇ ਮਿਲੈ, ਸੱਚ ਰਪੈ ਪਤ ਹੋਏ। ਗੁਰੂ ਜੀ ਦੇ ਨਾਮ ਜਪਣ ਦੀ ਵਡਿਆਈ ਮਿਲ ਜਾਏ, ਫਿਰ ਸੱਚੇ ਦੇ ਨਾਲ ਰੰਗਿਆ ਜਾਂਦਾ ਹੈ। ਪਰਮਾਤਮਾ ਰੂਪੀ ਪਤੀ ਦੀ ਪ੍ਰਾਪਤੀ ਹੋ ਜਾਂਦੀ ਆ, ਜਿਨ੍ਹਾਂ ਨੂੰ ਗੁਰੂ ਦੇ ਕੋਲੋਂ ਨਾਮ ਜਪਣ ਦੀ ਜੁਗਤੀ ਬਿਰਤੀ ਮਿਲ ਗਈ। ਪ੍ਰਤਿਸ਼ਠਾ ਜਿਹੜੀ ਆ ਉਹ ਪ੍ਰਾਪਤ ਹੋ ਜਾਂਦੀ ਆ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਖੁਦ ਦੀ ਪਛਾਣ ਹੋ ਜਾਂਦੀ ਆ। ਬ੍ਰਹਮ ਗਿਆਨੀ ਪਰਮਾਤਮਾ, ਉਹ ਬ੍ਰਹਮ ਦੀ ਅਵਸਥਾ ਅਸੀਂ ਬਣਾਉਣੀ ਆ, ਕਿਉਂਕਿ ਅਸੀਂ ਉਹਦੀ ਅੰਸ਼ਾਂ। ਆਤਮਾ ਸਾਡੇ ਅੰਦਰ, ਆਤਮਾ ਪ੍ਰਾਤਮਾ ਏਕੋ ਕਰੈ। ਭਾਵ ਜਿਨੀ ਆਤਮ ਚੀਨਿਆ ਪਰਮਾਤਮ ਸੋਈ। ਜਿਨ੍ਹਾਂ ਨੇ ਅੰਦਰ ਚਿੰਤਨ ਕੀਤਾ ਉਹੀ ਪਰਮਾਤਮਾ ਹੈ। ਬੰਦਾ ਹੀ ਪਰਮਾਤਮਾ ਬਣ ਜਾਂਦਾ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹ ਕਹਿੰਦੇ ਜਿਨ ਜਾਤਾ ਸੋ ਤਿਸ ਹੀ ਜੇਹਾ। ਜਿਨ੍ਹਾਂ ਨੇ ਜਾਣ ਲਿਆ ਉਹ ਰੱਬ ਵਰਗੀ ਆ। ਭਾਵ ਹਰ ਕਾ ਸੇਵਕ ਹਰ ਹੀ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਇਹ ਭੇਦ ਨਹੀਂ ਫਿਰ ਜਾਣਨਾ ਕਿ ਉਹਦਾ ਸਰੀਰ ਹੈ। ਗੁਰਮੁਖੋ, ਉਹ ਕਰਦਾ ਵੀ ਸਭ ਕੁਛ ਹੈ, ਕਰਦਾ ਵੀ ਕੁਛ ਨਹੀਂ। ਉਹ ਸਰੀਰਾਂ 'ਚ ਹੈ ਵੀ ਆ, ਹੈ ਵੀ ਨਹੀਂ। ਸਭ ਘਟ ਭੁਗਵੈ। ਉਹ ਕਹਿੰਦੇ ਸਰਬੈ ਏਕ ਅਨੇਕੈ, ਸੁਆਮੀ ਸਭ ਘਟ ਭੁਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਉਹ ਹੱਥਾਂ ਪੈਰਾਂ ਤੋਂ ਵੀ ਨੇੜੇ ਆ। ਹੱਥਾਂ ਪੈਰਾਂ ਤੋਂ ਨੇੜੇ ਕੀ, ਫਿਰ ਤਾਂ ਅੰਦਰ ਹੀ ਆ ਨਾ। ਰਵਿਦਾਸ ਜੀ ਕਹਿੰਦੇ ਨੇ ਅੰਦਰ ਏ। ਭਾਵ ਸੱਚ ਰਪੈ ਪਤ ਹੋਏ, ਉਹਦੀ ਪ੍ਰਤਿਸ਼ਠਾ ਪ੍ਰਾਪਤ ਹੋ ਜਾਂਦੀ ਆ। ਸਮਝ ਆ ਜਾਂਦਾ, ਜੋ ਤੁਧ ਭਾਵੈ ਸੇ ਭਲੇ, ਖੋਟਾ ਖਰਾ ਨਾ ਕੋਏ। ਐ ਪ੍ਰਮਾਤਮਾ ਜੋ ਆਪ ਜੀ ਨੂੰ ਭਾਉਂਦੇ ਨੇ, ਉਹ ਭਲੇ ਕਹੀਏ ਲਾਇਕ ਨੇ। ਉਹਨਾਂ ਦੀ ਦ੍ਰਿਸ਼ਟੀ ਵਿੱਚ
ਖੋਟਾ ਭਾਵ ਜੋ ਤੁਧ ਭਾਵੈ ਸੇ ਭਲੇ। ਉਹ ਭਲੇ ਨੇ, ਚੰਗੇ ਨੇ, ਲਾਇਕ ਨੇ, ਤੇ ਉਹਨਾਂ ਦਾ ਖੋਟਾ ਖਰਾ ਨਾ ਕੋਏ। ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਬੁਰਾ ਭਲਾ ਨਹੀਂ, ਬੁਰਾ ਭਲਾ ਨਹੀਂ। ਰੱਬ ਦੇ ਪਿਆਰਿਆਂ ਦੀ ਐਸੀ ਵਿਰਤੀ ਬਣ ਜਾਂਦੀ ਆ, ਕੋਈ ਦੇ ਗਿਆ ਉਹਨੂੰ ਚੰਗਾ ਨਹੀਂ, ਠੀਕ ਹੈ। ਕੋਈ ਖੋ ਗਿਆ, ਲੈ ਗਿਆ ਚੁੱਕ ਕੇ, ਉਹਨੂੰ ਬੁਰਾ ਨਹੀਂ। ਜੇ ਕੋਈ ਵੈਰ ਕਰਦਾ ਉਹਨੂੰ ਖੋਟਾ ਨਹੀਂ ਸਮਝਦੇ, ਜੇ ਕੋਈ ਪਿਆਰ ਕਰਦਾ ਉਹਨੂੰ ਖਰਾ ਨਹੀਂ ਸਮਝਦੇ। ਖੋਟਾ ਭਾਵ ਧਰਮ ਤੋਂ ਹੀਣਾ, ਖੋਟਾ ਜਿਹੜਾ ਨਾ ਧਰਮ ਤੋਂ ਹੀਣਾ, ਖਰਾ ਭਾਵ ਧਰਮ ਵਿੱਚ ਪੱਕਾ। ਸਾਰਿਆਂ ਵਿੱਚ ਬ੍ਰਹਮ ਦੀ ਜੋਤ ਨੂੰ ਜੋ ਵਹਿੰਦੇ ਆ, ਉਹਨਾਂ ਨੇ ਖੋਟਾ ਖਰਾ ਵਿਸਾਰ ਦਿੱਤਾ। ਜਿਨ੍ਹਾਂ ਨੂੰ ਗੁਰੂ ਦੀ ਬਾਣੀ ਵਿੱਚ ਜਿਉਣਾ ਆ ਗਿਆ, ਉਹਨਾਂ ਨੂੰ ਨਾ ਚੰਗਾ ਨਾ ਬੁਰਾ ਸਮਝ ਹੋ ਜਾਂਦੀ ਆ। ਦੁਨੀਆ ਜਿਹੜੀ ਆ ਸਾਰੀ ਚੰਗੀ ਆ, ਸਭ ਇੱਕ ਸਮਾਨ ਆ। ਕੋਈ ਬੁਰਾ ਜਿਹੜਾ ਪਾਣੇ ਕੀ ਲੈਣਾ, ਆਪੇ ਭਰੂਗਾ ਅਗਲਾ। ਚੰਗਾ ਜੋ ਕਰ ਰਿਹਾ ਆਪਣੇ ਦਮ ਤੇ ਕਰਦਾ ਬੰਦਾ, ਉਹਦਾ ਫਲ ਵੀ ਉਸੇ ਨੂੰ ਮਿਲਣਾ। ਮੈਂ ਕਿਉਂ ਆਪਣਾ ਐਵੇਂ ਟਾਈਮ ਖਰਾਬ ਕਰਾਂ ਉਧਰ ਆਪਣਾ ਧਿਆਨ ਲਾ ਕੇ। ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਇਹ ਸਿਧਾਂਤ ਹੈ। ਪਰ ਉਹਨਾਂ ਦੀ ਨਿਗਾਹ ਵਿੱਚ ਕਿਸੇ ਪ੍ਰਕਾਰ ਦਾ ਕੋਈ ਬੁਰਿਆਈ ਕਰਨ ਵਾਲਾ, ਖਰਾ ਕਹੀਏ ਚੰਗਿਆਈ ਕਰਨ ਵਾਲਾ ਕੋਈ ਨਹੀਂ। ਸਾਰਿਆਂ ਵਿੱਚ ਐ ਰੱਬ ਜੀ ਤੇਰੀ ਹੀ ਜੋਤ ਹੈ। ਉਹ ਸਭ ਦੇ ਵਿੱਚ ਬੁਰੇ ਭਲੇ ਹਮ ਥਾਰੇ, ਚੰਗੇ ਆ ਬੁਰੇ ਆ, ਸਭ ਹੀ ਉਸ ਮਾਲਕ ਦੇ ਨੇ। ਸਭ ਜੇ ਚੰਗਿਆਂ ਨੂੰ ਮਾਲਕ ਨੇ ਬਣਾਇਆ ਹੈ, ਤਾਂ ਜਿਹੜੇ ਬੁਰੇ ਕਰਮ ਕਰਦੇ ਆ ਨਾ ਮਾੜੇ, ਉਹਨਾਂ ਨੂੰ ਵੀ ਰੱਬ ਨਹੀਂ ਬਣਾਇਆ। ਉਹ ਉਹਨਾਂ ਦਾ ਕਸੂਰ ਹੈ, ਉਹਨਾਂ ਦੇ ਕਰਮਾਂ ਦਾ ਕਸੂਰ ਹੈ, ਦੋਸ਼ ਹੈ ਕਿ ਉਹਨਾਂ ਤੋਂ ਚੰਗਾ ਹੁੰਦਾ ਹੀ ਨਹੀਂ। ਚਾਹੁੰਦੇ ਆ ਵੀ ਲੋਕ ਚੰਗਾ ਕਹਿਣ, ਪਰ ਗੁਰਮੁਖੋ ਜਿਸ ਕੋ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ। ਜਿਨ੍ਹਾਂ ਨੂੰ ਫਿਰ ਉਹ ਮਾਲਕ ਆਪ ਖੁਆਰ ਕਰਦਾ, ਉਹਨਾਂ ਤੋਂ ਚੰਗੇ ਕਰਮਾਂ ਵਾਲਾ ਪਾਸੇ ਹੀ ਖੋਹ ਲੈਂਦਾ, ਉਹ ਖਾਨਾ ਖੋਹ ਲੈਂਦਾ। ਉਹਨਾਂ ਤੋਂ ਚੰਗਾ ਹੁੰਦੇ ਹੀ ਨਹੀਂ। ਲੱਖ ਸੋਚਣਗੇ ਪਰ ਗੁਰਮੁਖੋ ਉਹ ਚੰਗਾ ਕਰਦੇ ਕਰਦੇ ਵੀ ਮਾੜੀ ਕਰਨਗੇ। ਚਤਰਾਈਆਂ ਕਰਨੀਆਂ, ਚਤਰਾਈਆਂ ਨਾਲ ਉਹ ਨਹੀਂ ਪੈਂਦਾ। ਉਹ ਮਿਲਦਾ ਜੀ ਭੋਲੇਪਣ ਦੇ ਵਿੱਚ, ਭੋਲੇਪਣ ਦੇ ਵਿੱਚ ਹਲ ਵਾਹ ਕੇ। ਧੰਨੇ ਨੇ ਕਹਿਤਾ ਜੇ ਤੂੰ ਨਹੀਂ ਨਾ ਖਾਂਦਾ ਰੱਬਾ, ਮੈਂ ਵੀ ਨਹੀਂ ਖਾਂਦਾ, ਝੂਠਾ ਮੂੰਹ ਮੈਂ ਵੀ ਨਹੀਂ ਕਰਦਾ। ਪਤਨਾਮ ਦੇਵ ਜੀ ਕਹਿੰਦੇ ਜੇ ਭੋਗ ਨਹੀਂ ਨਾ ਲਾਏਗਾ ਆ ਕੇ ਘਰੇ, ਮੈਂ ਜਾਊਂਗਾ ਮੇਰਾ ਪਿਓ ਕੁੱਟੂਗਾ, ਆ ਕੇ ਦਰਸ਼ਨ ਦੇ ਮੈਨੂੰ। ਪਾਦਰ ਬਜਾਜ ਜੀ ਬੈਠੇ ਰਹੇ ਅੱਖਾਂ ਦੀ ਕੁੱਲੀ ਚ, ਕਬੀਰ ਭਗਤ ਜੀ ਖੁੱਡੀ ਬੁਣਦੇ ਬੁਣਦਿਆਂ ਨੇ ਪਾਇਆ। ਇੱਕ ਸਧ ਨੇ ਕਸਾਈ ਨੇ ਬੱਕਰਾ ਵੜਦੇ ਵੜਦੇ ਪਾ ਲਿਆ। ਬਸ ਸਮਝ ਦੀ ਗੱਲ ਆ। ਉਹ ਕਹਿੰਦੇ ਇਹ ਸਿਧਾਂਤ ਹੈ, ਸਭ ਚੰਗੇ ਨੇ। ਜਦੋਂ ਇੱਕ ਜੋਤ ਦਿਖਣ ਲੱਗ ਗਈ ਨਾ ਉਹ ਪਰਮੇਸ਼ਰ ਦੀ, ਤਾਂ ਸਮਝੋ ਬੰਦਾ ਬਣ ਗਿਆ, ਨਹੀਂ ਫਿਰ ਪਸ਼ੂ ਹੈ, ਨਹੀਂ ਫਿਰ ਰਾਖਸ਼ ਬਿਰਤੀ ਹੈ। ਜਿਵੇਂ ਪਸ਼ੂਆਂ ਦਾ ਕੰਮ ਹੁੰਦਾ ਨਾ ਇੱਕ ਦੂਜੇ ਦੇ ਟੱਕਰਾਂ ਮਾਰਨਾ, ਐਵੇਂ ਬੰਦਿਆਂ ਦਾ ਕੰਮ ਹੈ। ਬੰਦਾ ਕੌਣ ਆ? ਬੰਦਾ ਹੋਏ ਸੋ ਬੰਦਗੀ ਗਹਿ, ਬੰਦਕ ਹੋਏ ਬੰਦ ਸੁਧ ਲਹੈ। ਹੁਕਮ ਪਛਾਨੇ ਏਕੋ ਜਾਣੈ, ਬੰਦਾ ਕਹੀਐ ਸੋਈ। ਉਹ ਬੰਦਾ ਹੈ ਜਿਹੜਾ ਹੁਕਮ ਪਛਾਣਦਾ, ਸਭ ਦੇ ਵਿੱਚ ਇੱਕ ਨੂੰ ਵਹਿੰਦਾ ਹੈ। ਅਸਲ ਦੇ ਵਿੱਚ ਉਹ ਬੰਦਾ ਹੈ। ਨਹੀਂ ਪੇਟ ਭਰਿਓ ਪਸ਼ੂਆਂ ਜਾ ਸੋਇਓ, ਮਨੁੱਖ ਜਨਮ ਹੈ ਹਾਰਿਓ। ਉਹ ਕਹਿੰਦੇ ਮਨੁੱਖਾ ਜਨਮ ਹਾਰ ਲੈਂਦਾ, ਉਹਨੂੰ ਸਿਰਫ ਖਾਣ ਤੱਕ ਹੀ ਧਿਆਨ ਆ। ਪਸ਼ੂਆਂ ਵਾਂਗੂ ਖਾਂਦਾ ਰਹਿੰਦਾ, ਰੱਬ ਵਿਸਾਰ ਕੇ ਤੁਰਦਾ ਹੈ। ਉਹ ਸਮਝ ਪਸ਼ੂ ਹੈ।
ਤੇ ਮਹਾਰਾਜ ਜੀ ਕਹਿੰਦੇ ਨੇ ਗੁਰ ਸ਼ਰਨਾਈ ਛੂਟੀ ਹੈ, ਮਨਮੁਖ ਖੋਟੀ ਰਾਸ। ਕਹਿੰਦੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਛੁਟਕਾਰਾ ਹੁੰਦਾ ਹੈ, ਭਾਵ ਮੁਕਤ ਹੋਈਂਦਾ। ਮਨਮੁਖਾਂ ਦੇ ਕੋਲ ਖੋਟੀ ਕਹੀਏ ਭੈੜੀ ਪੂੰਜੀ ਆ, ਜਿਹੜੇ ਮਨਮੁਖ ਨੇ ਉਹਨਾਂ ਦੇ ਕੋਲ ਭੈੜੀ ਖੋਟੀ ਰਾਸ ਕਹੀਏ ਪੂੰਜੀ, ਜਿਸ ਕਰਕੇ ਉਹ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ। ਆ ਨਹੀਂ ਆ ਕਿ ਅਸੀਂ ਆ ਗਏ, ਬਹਿ ਗਏ, ਸੁਣ ਲਿਆ ਸੁਣਾ ਲਿਆ, ਮੈਂ ਕਥਾ ਕਰਤੀ, ਵੀ ਬੈਠਿਆ ਬੰਦਾ ਕਥਾ ਕਰਦਾ, ਨਹੀਂ। ਬੜੀ ਵਾਰ ਵਿਚਾਰ ਆਪਾਂ ਕੀਤੀ ਆ, ਸਾਡਾ ਇੱਥੇ ਆਉਣਾ ਬਹਿਣਾ ਸੁਣਨਾ ਸੁਣਾਉਣਾ ਸਭ ਦਾ ਇੱਕੋ ਜਿਹਾ ਤਕਰੀਬਨ, ਹੱਥ ਬੰਨ੍ਹ ਕੇ ਖੜੇ ਹੋਣਾ, ਠੀਕ ਹੈ, ਪਰ ਅੰਦਰ ਦੀ ਮਨ ਦੀ ਅਵਸਥਾ ਜਿਹੜੀ ਆ ਨਾ ਸਭ ਦੀ ਇੱਕ ਨਹੀਂ ਹੈ। ਜਿੰਨੇ ਵੀ ਬੈਠੇ ਆਪਾਂ ਸਭ ਦੇ ਮਨ ਦੀ ਅਵਸਥਾ ਇੱਕ ਨਹੀਂ, ਕਿਸੇ ਦੇ ਮਨ 'ਚ ਕੁਛ ਚੱਲਦਾ, ਕਿਸੇ ਦੇ ਕੁਛ ਚੱਲਦਾ, ਬਸ ਉਹੀ ਵੇਖਣਾ ਆਪਾਂ ਨੇ, ਮਨ ਵਿੱਚ ਕੀ ਚੁੱਕੀ ਫਿਰਨਾ ਮੈਂ। ਭਾਵ ਸ਼ਰਨ ਵਿੱਚ ਆਉਣਾ ਆ ਨਹੀਂ ਕਿ ਸਰੀਰ ਸਾਡਾ ਆ ਗਿਆ। ਕਈ ਵਾਰ ਸਾਡਾ ਸਰੀਰ ਆ ਕੇ ਵੀ ਸਾਡੀ ਹਾਜ਼ਰੀ ਨਹੀਂ ਲੱਗਦੀ। ਕਈ ਵਾਰ ਜਿਹੜੇ ਘਰੇ ਬਹਿ ਕੇ ਹੁਣ ਸੁਣ ਰਹੀ ਹੈ, ਸਪੀਕਰ ਦੀ ਆਵਾਜ਼ ਕੰਨਾਂ 'ਚ ਪੈ ਰਹੀ ਹੈ ਉਹਨਾਂ ਦੇ, ਉਹ ਅਮਲ ਕਰ ਲੈਂਦੇ ਨੇ, ਉਹਨਾਂ ਦੀ ਹਾਜ਼ਰੀ ਲੱਗ ਜਾਂਦੀ ਹੈ, ਧਿਆਨ ਜੁੜ ਜਾਂਦਾ। ਹੁਣ ਇਹ ਵੀ ਨਹੀਂ ਭਾਵ ਲੈਣਾ ਕਿ ਨਾ ਆਈਏ ਇੱਥੇ। ਗੱਲ ਜਿਹੜੀ ਹੈ ਧਿਆਨ ਜੁੜਨਾ, ਮਨ ਦੀ ਹਾਜ਼ਰੀ ਲੱਗਣੀ ਆ। ਸਾਡੇ ਤਨ ਦੇ ਨਾਲ ਸਾਡਾ ਸਰੀਰ ਵੀ ਆਵੇ, ਉੱਥੇ ਕੇਵਲ ਮਨ ਜੁੜਿਆ, ਉਹਨਾਂ ਦਾ ਮਨ ਜੁੜ ਗਿਆ, ਠੀਕ ਹੈ, ਧਿਆਨ ਜੁੜ ਗਿਆ, ਬਿਰਤੀ ਜੁੜ ਗਈ, ਅਮਲ ਕਰ ਲਿਆ। ਪਰ ਗੁਰਮੁਖੋ ਉਹਦੇ ਨਾਲ ਮਨ ਪਵਿੱਤਰ। ਇੱਥੇ ਆ ਕੇ ਸਾਡੇ ਪੈਰ ਪਵਿੱਤਰ ਹੋਣਗੇ, ਸੰਗਤ ਵਿੱਚ ਆਵਾਂਗੇ, ਆ ਕੇ ਸੇਵਾ ਕਰਾਂਗੇ। ਪਰ ਮੈਨੂੰ ਤਾਂ ਡਰ ਲੱਗਦਾ, ਮੈਂ ਹੱਥ ਪੱਲਾ ਕਿਉਂ ਹਿਲਾਵਾਂ, ਕੋਈ ਚਾਦਰ ਚਬਾਲਾ, ਮੈਨੂੰ ਕੀ ਲੋੜ ਹੈ, ਮੈਨੂੰ ਕੀ ਲੋੜ ਹੈ ਸਿੱਧੀ ਕਰਨ ਦੀ। ਕੋਈ ਪੱਖੇ, ਕੋਈ ਏਸੀ, ਕੋਈ ਲਾਈਟ ਚੱਲ ਰਹੀ ਹੈ, ਮੈਂ ਕਿਉਂ ਬੰਦ ਕਰਾਂ, ਲਓ ਦੱਸੋ। ਭਾਵ ਹੱਥ ਪੈਰ ਸਾਡੇ ਇੰਦਰੇ ਜਿਹੜੇ ਆ, ਕਰਮ ਇੰਦਰੇ, ਇੱਥੇ ਆ ਕੇ ਸਫਲੇ ਹੋਣਗੇ। ਝਾੜੂ ਪੋਚਾ ਕਰਾਂਗੇ, ਸੇਵਾ ਕਰਾਂਗੇ, ਹੱਥ ਪੈਰ, ਗੁਰਬਾਣੀ ਦੀ ਅਰਥ ਨੇ ਸਾਰੇ। ਜਦੋਂ ਪੜਾਂਗੇ ਫਿਰ ਪਤਾ ਲੱਗਣਾ। ਇਹ ਨਹੀਂ ਵੀ ਕੇਵਲ ਅਸੀਂ ਸੁਣਨੀ ਆ ਜਾਂ ਸੁਣਾਉਣੀ ਆ, ਠੀਕ ਹੈ, ਮਨ ਪਵਿੱਤਰ ਹੋਊ ਸੁਣ ਸੁਣਾ ਕੇ, ਹੱਥ ਪੈਰ ਸਰੀਰ ਪਵਿੱਤਰ ਹੋਊਗਾ ਸੇਵਾ ਕਰਕੇ। ਤਾਂ ਹੀ ਮਹਾਰਾਜ ਨੇ ਸੇਵਾ ਸਿਮਰਨ ਦੇ 2 ਖੰਭ ਦਿੱਤੇ ਆ ਸਾਨੂੰ। ਸ਼ਰਨ ਵਿੱਚ ਆਉਣਾ ਆਹੀ ਨਹੀਂ ਵੀ ਸਰੀਰ ਆ ਗਿਆ, ਸਰੀਰ ਵੀ ਆਵੇ, ਸਾਡਾ ਰੋਮ ਰੋਮ ਜੁੜੇ ਗੁਰਬਾਣੀ ਨਾਲ। ਬਹੁਤ ਵਾਰ ਵਿਚਾਰ ਕੀਤੀ, ਆਪਾਂ ਕੱਪੜਾ ਲੈਣ ਜਾਈਏ, ਸਾਡਾ ਰੋਮ ਰੋਮ ਜੁੜ ਜਾਂਦਾ। ਹੱਥ ਵੀ ਕੱਪੜੇ ਨੂੰ ਟੋਹਦੇ ਨੇ, ਵੇਖਦੇ ਨੇ ਵੀ ਕਿਹੋ ਜਿਹਾ, ਦਿਮਾਗ ਵੀ ਸਾਡੇ ਕੱਪੜੇ ਦੀ ਵਿਚਾਰ ਚੱਲਦੀ, ਅੱਖਾਂ ਨਾਲ ਵੀ ਅਸੀਂ ਕੱਪੜੇ ਵੇਖਦੇ ਹਾਂ, ਹੈਂ ਜੀ। ਸਾਡੇ ਕਦਮ ਵੀ ਕੱਪੜੇ ਦੀ ਦੁਕਾਨ ਵੱਲ ਜਾਂਦੇ ਆ, ਸੋਚਦੇ ਵੀ ਉਹੀ ਆ, ਸੁਣਦੇ ਵੀ ਕੱਪੜੇ ਵਾਰੀਆਂ, ਬੋਲਦੇ ਵੀ ਕੱਪੜੇ ਵਾਰੀਆਂ। ਸਾਡਾ ਰੋਮ ਰੋਮ ਜੁੜ ਗਿਆ ਨਾ ਜੀ ਕੱਪੜੇ ਨਾਲ। ਘਰੋਂ ਜਾਵਾਂਗੇ ਜਦੋਂ ਕੁਛ ਵੀ ਲੈਣ, ਕੋਈ ਵੀ ਸਾਧਨ ਵਸਤੂ ਲਾ ਲਓ, ਸਾਡਾ ਰੋਮ ਰੋਮ ਜੁੜ ਜਾਣਾ। ਇਸੇ ਤਰ੍ਹਾਂ ਗੁਰਮੁਖੋ ਸੰਗਤ ਵਿੱਚ ਆਈਏ, ਸਾਡਾ ਰੋਮ ਰੋਮ ਜੁੜੇ, ਧਿਆਨ ਵੀ ਸਾਡਾ, ਮਨ ਸਾਡਾ, ਤਨ, ਹਰ ਇੱਕ ਕਰਮ ਇੰਦਰਾ, ਹੱਥ ਪੈਰ, ਅੱਖਾਂ, ਮੂੰਹ, ਸਾਡੇ ਕੰਨ ਉਹਦੇ ਨਾਲ ਜੁੜ ਜਾਣ, ਤਾਂ ਗੱਲ ਬਣੂ। ਇਹ ਆ ਸ਼ਰਨ ਵਿੱਚ ਆਉਣਾ। ਉਹ ਕਹਿੰਦੇ ਗੁਰਮੁਖ ਸ਼ਰਨਾਈ ਛੂਟੀ ਹੈ, ਗੁਰ ਸ਼ਰਨਾਈ ਛੂਟੀ ਹੈ, ਸ਼ਰਨ ਵਿੱਚ ਆ ਕੇ ਮੁਕਤ ਹੋਈਂਦਾ। ਮਨਮੁਖ ਖੋਟੀ ਰਾਸ, ਮਨਮੁਖਾਂ ਦੇ ਕੋਲ ਭੈੜੀ ਰਾਸ ਪੂੰਜੀ ਹੈ, ਜਿਸ ਕਰਕੇ ਉਹ ਸ਼ਰਨ ਵਿੱਚ ਨਹੀਂ ਆਉਂਦੇ। ਜਿਹੜੀ ਭੂਤ ਪ੍ਰੇਤਾਂ ਦੇ ਵਸ ਕਰਨ ਲਈ ਜਾਂ ਮਸਾਣ ਜਗਾਉਣ ਲਈ ਸ਼ਰਧਾ ਕਰਨੀ ਆ, ਇਹ ਸ਼ਰਧਾ ਰੂਪੀ ਖੋਟੀ ਰਾਸ ਹੈ। ਬੇਮਾਰਗ ਮੂਸੈ ਮੰਤਰ ਮਸਾਣ, ਵਾਹਿਗੁਰੂ ਦੇ ਸਿਮਰਨ ਨੂੰ ਛੱਡ ਕੇ ਜੋ ਮਸਾਣਾਂ ਨੂੰ ਜਗਾਉਂਦੇ ਨੇ, ਉਹ ਖੋਟਿਆਂ ਰਸਤਿਆਂ ਵਿੱਚ ਲੁੱਟੇ ਗਏ ਨੇ। ਉਹਨਾਂ ਦੀ ਪਖੰਡੀਆਂ ਨੇ ਬੜੀ ਸ਼ਰਧਾ, ਉਹਨਾਂ ਦੀ ਪਖੰਡੀਆਂ ਤੇ ਬੜੀ ਸ਼ਰਧਾ ਹੁੰਦੀ ਆ, ਇਉਂ ਉਹਨਾਂ ਦੀ ਖੋਟੀ ਸ਼ਰਧਾ ਹੈ, ਪਰ ਪਰਮਾਰਥ ਤੇ ਸ਼ਰਧਾ ਨਹੀਂ।
ਹਾਂ ਤਾਗੇ ਤਵੀਤਾਂ ਵਾਲਿਆਂ ਕੋਲੇ ਲੱਖ ਜਾਣਾ ਹੈ, ਫਲਾਣੇ ਬਾਬੇ ਨੇ ਐ ਕਹਿਤਾ, ਰਸਤੇ ਚਾਹ ਧਰ ਦੇ, ਚ ਰਸਤੇ ਚਾਹ ਕਰ ਲੈ, ਉਹ ਕਰ ਲੈ, ਕਰਦੇ ਨੇ ਲੋਕ। ਪਰ ਮਾਲਕ ਤੇ ਸ਼ਰਧਾ ਨਹੀਂ ਬਣਾਈ। ਹਾਂ ਉਹ ਪਖੰਡੀ ਤੇ ਜ਼ਰੂਰ ਸ਼ਰਧਾ। ਗੁਰਮੁਖੋ ਬਾਪੂ ਕੀ ਕਹਿੰਦਾ, ਮਹਾਰਾਜ ਕਹਿੰਦੇ ਆ, ਮਾਏ ਮੁੰਡੇ ਤੈ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੂਬੇ ਚੋ ਵੇਦ ਮੈਂ ਚੇਲੇ ਦੀਏ ਬਹਾਏ। ਆਪ ਦਾ ਡੁੱਬਣਗੇ, ਚੇਲਿਆਂ ਨੂੰ ਵੀ ਡੁੱਬਣਗੇ। ਪੂਰੇ ਦੇ ਨਾਲ ਜੁੜੋ। ਜਿਹੜਾ ਖੁਦ ਹੀ ਸਰੀਰਾਂ 'ਚ ਫਸਿਆ ਪਿਆ ਉਹਨੇ ਕਿਆ ਤਾਰਨਾ, ਉਹ ਕੀ ਪਾਰ ਲੰਘਾਊ ਸਾਨੂੰ। ਜਿਹੜਾ ਆਪੇ ਨਹੀਂ ਸਰੀਰਾਂ 'ਚੋਂ ਨਿਕਲਿਆ, ਆਪ ਹੀ ਉਹ ਪਦਾਰਥਾਂ ਦੀ ਭੁੱਖ ਚੁੱਕੀ ਫਿਰਦਾ, ਆਹ ਗੱਡੀ ਹੋ ਜੇ, ਆਹ ਹੋ ਜੇ, ਮੈਂ ਆਹ ਬਣਾ ਲਾਂ, ਆਹ ਲਿਆ ਦੇ, ਇੰਨੇ ਪੈਸੇ ਲੱਗਣਗੇ, ਉਹ ਕਾਹਦਾ ਗੁਰਮੁਖੋ ਸਾਨੂੰ ਤਾਰੂਗਾ। ਭਾਵ ਸੋਈ ਸਰਵਰ ਢੂੰਡ ਲਹੋ ਜਿੱਥੋਂ ਲੱਭੀ ਬੱਥ। ਬੋਲ ਪਿਆ ਕਰੋ, ਜਿੱਥੋਂ ਲੱਭੀ ਬੱਥ। ਛੱਪੜ ਢੂੰਡੈ ਕਿਆ ਮਿਲੈ, ਚੱਕੜ ਡੂਬੈ ਹੱਥ। ਕਹਿੰਦੇ ਛੱਪੜ 'ਚ ਹੱਥ ਮਾਰਾਂਗੇ ਕੀ ਹੋਣਾ ਜੀ, ਚਿੱਕੜ ਦੇ ਵਿੱਚ, ਗੰਦ ਦੇ ਵਿੱਚ ਹੱਥ ਲਿਬੜਨਾ ਸਾਡਾ। ਕੁਰਾਹੇ ਪੈ ਕੇ ਉਸ ਮਾਲਕ ਨੂੰ ਲੱਭੋ ਜਿਹੜਾ ਸਾਡੀ ਸ਼ਰਧਾ ਵੇਖ ਕੇ ਸਾਨੂੰ ਪਾਰ ਲੰਘਾ ਦੇ। ਜਿਹੜਾ ਖੁਦ ਹੀ ਬੜੀਆਂ ਮਸਾਣੀਆਂ 'ਚ ਫਸਿਆ ਪਿਆ, ਸਾਨੂੰ ਕੀ ਲੰਘਾਊਗਾ। ਇਸ ਕਰਕੇ ਗੁਰਮੁਖੋ ਪਰਮਾਰਥ ਤੇ ਸ਼ਰਧਾ ਜ਼ਰੂਰੀ ਆ। ਨਹੀਂ ਫਿਰ ਉਹ ਨਾ ਹੋਵੇ ਕਿ ਮਨਮੁਖ ਖੋਟੀ ਰਾਸ, ਮਨਮੁਖਾਂ ਦੀ ਖੋਟੀ ਰਾਸ ਹੁੰਦੀ ਆ, ਉਹਨਾਂ ਦੀ ਪਖੰਡੀਆਂ ਤੇ ਸ਼ਰਧਾ ਹੁੰਦੀ ਆ। ਆਓ ਜੀ ਭੁੱਲਾਂ ਤੋਂ ਖਿਮਾ, ਇੱਥੇ ਸਮਾਪਤੀ ਹੈ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਏ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨਿ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਜਿਨਿ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।